वाहिगुरु जी का खालसा वाहिगुरु जी की फतेह। गुरु रूप गुरु सवारी साध संगत जीओ, ये पावन पवित्र शब्द जो आप जी ने सरवण किया है, इस पावन पवित्र शब्द की विचार कर रहे ने सत्कार जो भाई साहब भाई अमनदीप सिंह जी पानीपत वाले। आओ सरबत संगतां प्यार दे नाल मन बिरतियां कागर करके शब्द की विचार सरवण करिए जी। जी का खालसा वाहिगुरु जी की फतेह। सतनाम वाहिगुरु साहिब जीओ। वाहिगुरु जी एक ओंकार, सतगुर प्रसाद। जे भुली जे चुकी साईं, पीत हंजी कांडियां। जिना नेह दुजाने लगा, चूर मरहो से वांडिया। हाँ ना छोड़ो कंत पासरा। सदा रंगीला लाल प्यारा। एहे महिंजा आसरा। सदा रंगीला लाल प्यारा। एहे महिंजा आसरा। हब गुण तैंडे नानक जियो, मैं कूथिए मैं निर्गुण ते क्या होवे। तो जेवड दातार ना कोई, जाचक सदा जाचोवै। तो जेवड दातार ना कोई, जाचक सदा जाचोवै। परम सन्मान योग चवर छतर तख्त दे मालिक, वालिए कुल आलम, ज्ञान दे अगम्मी सागर, सारी मनुखता दे रहबर, पावन पवित्र हिरदियां दी मुबारक जोत शब्द गुरु धन श्री गुरु ग्रंथ साहिब सच्चे पातशाह महाराज जी ने कृपालता मेहर कीती है।
ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜਨ ਦਾ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਆਪ ਜੀ ਜਿਤਨੇ ਵੀ ਸੱਜਣ ਇੱਥੇ ਮੌਜੂਦ ਹੋ, ਆਪ ਜੀ ਗੁਰਮੁਖ ਪਿਆਰਿਆਂ ਦੇ ਜੀਵਨ ਵੱਲ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਸਨ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤੇ ਆ। ਗੁਰੂ ਕੇ ਚਰਨ ਦੇ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਆ ਕੇ ਜੁੜ ਕੇ ਬੈਠ ਜਾਣਾ। ਪਿਆਰਿਓ, ਇਹ ਕਹਿ ਲਈਏ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਿਹਰ ਕਰਕੇ ਜੋ ਪਾਵਨ ਪਵਿੱਤਰ ਇਹ ਸਮਾਂ ਬਖਸ਼ਿਸ਼ ਕੀਤਾ ਹੈ, ਇਹ ਸਮੇਂ ਦਾ ਕੋਈ ਮੁੱਲ ਨਹੀਂ ਹੈ। ਗੁਰਦੇਵ ਦੀ ਹਜ਼ੂਰੀ ਵਿੱਚ ਜੁੜ ਕੇ ਜਿਹੜਾ ਵੀ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਦਾ, ਸੁਣਦਾ, ਵਿਚਾਰਦਾ ਹੈ, ਦਾਤਾਰ ਨੇ ਉਹਨਾਂ ਦੇ ਜੀਵਨ ਵੱਲ ਵੇਖ ਕੇ ਸੱਚੇ ਪਾਤਸ਼ਾਹ ਨੇ ਬਚਨ ਕਹੇ, ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ। ਭਾਈ ਨੰਦ ਲਾਲ ਸਾਹਿਬ ਨੂੰ ਇੱਕ ਵਾਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ, ਭਾਈ ਸਾਹਿਬ ਜੀ ਮਨ ਵਿੱਚ ਕੋਈ ਚਾਹਤ ਹੈ ਤੇ ਦੱਸੋ, ਗੁਰੂ ਨਾਨਕ ਦੇ ਦਰ ਤੋਂ ਮਿਲੇਗੀ। ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਦਾਤ ਮੰਗੀ ਸੀ ਉਹਨੂੰ ਅੰਕਿਤ ਕੀਤਾ ਸ਼ਬਦਾਂ ਵਿੱਚ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਸ਼ਬਦ ਕੁਰਬਾਨੇ ਬਾਨੇ ਖਾਕੇ ਰਾਹੇ ਸੰਗਤ ਦਿਲੇ ਵੋਇਆ ਹਮੂ ਬਸ ਆਰਜ਼ੂ ਕਰ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਹੇ ਦਸ਼ਮੇਸ਼ ਪਿਤਾ, ਜਿਹੜੇ ਤੇਰੇ ਦਰ ਤੇ ਆਉਣ ਵਾਲੇ ਗੁਰਸਿੱਖ ਨੇ, ਤੇਰੇ ਅਦਬ ਦੇ ਵਿੱਚ, ਤੇਰੇ ਪਿਆਰ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੇ, ਮੈਨੇ ਉਹਨਾਂ ਦੇ ਖਾਕੇ ਰਾਹੇ ਸੰਗਤ, ਉਹਨਾਂ ਦੇ ਰਾਹ ਦੀ ਖਾਕ ਦੇ ਦੇ। ਉਹ ਇੰਨੇ ਭਾਗਾਂ ਵਾਲੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ। ਦਿਲੇ ਗੋਇਆ ਬਸ ਆਰਜ਼ੂ ਕਰ। ਮੇਰੀ ਨੰਦ ਲਾਲ ਦੀ ਇਹੀ ਆਰਜ਼ੂ, ਇੱਕ ਆਸ ਹੈ, ਮੈਨੂੰ ਇਹੀ ਖੁਆਇਸ਼ ਹੈ ਮੇਰੀ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜੀ ਬਣਾ ਦੇ। ਸੋ ਗੁਰੂ ਸਵਾਰਿਓ, ਬੜੀ ਸਤਿਗੁਰੂ ਜੀ ਦੀ ਰਹਿਮਤ ਦੇ ਪਾਤਰ ਬਣ ਕੇ ਆਪ ਜੀ ਇੱਥੇ ਬੈਠੇ ਹੋ। ਗੁਰਦੇਵ ਦੀ ਪਾਵਨ ਬਾਣੀ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਹਨ। ਇਸੇ ਪਾਵਨ ਬਚਨਾਂ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਆਰੰਭਤਾ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਅੰਦਰ ਸੀਸ ਝੁਕਾਓ ਔਰ ਦਾਸ ਨੂੰ ਅਸੀਸ ਬਖਸ਼ੋ। ਸਾਰੇ ਰਸਨਾ ਪਵਿੱਤਰ ਕਰੋ। ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਤਨੀ ਵੀ ਬਾਣੀ ਹੈ, ਸਤਿਗੁਰੂ ਨੇ ਸਾਰੀ ਬਾਣੀ ਦੇ ਵਿੱਚ ਇੱਕ ਪ੍ਰਮਾਤਮਾ ਦੀ ਗੱਲ ਕੀਤੀ ਹੈ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਥੋੜਾ ਪਹਿਲਾਂ ਸਮਾਂ ਵੇਖਦੇ ਹਾਂ, ਰੱਬ ਦੀ ਗੱਲ ਤੇ ਉਦੋਂ ਵੀ ਸੀ, ਪਰਮਾਤਮਾ ਦੀ ਗੱਲ ਤੇ ਉਦੋਂ ਵੀ ਸਮਾਜ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ। ਪਰ ਉਦੋਂ ਗੁਰੂ ਸਵਾਰਿਓ, ਜਦੋਂ ਰੱਬ ਦੀ ਗੱਲ ਹੋਣੀ, ਉਦੋਂ ਕਿਸੇ ਇੱਕ ਰੱਬ ਦੀ ਪੂਜਾ ਨਹੀਂ ਸੀ ਹੈ। ਅਨੇਕਤਾ ਦੇ ਵਿੱਚ ਰੱਬ ਨੂੰ ਵੀ ਅਨੇਕਤਾ ਵਿੱਚ ਵੰਡ ਲਿਆ ਗਿਆ। ਬਹੁਤਾਤ ਲੋਕ ਐਸੇ ਸਨ ਜਿਹੜੇ ਰੱਬ ਦੇ ਨਾਮ ਤੇ ਹੀ ਝਗੜੇ ਪਾ ਕੇ ਬਹਿ ਗਏ। ਮੇਰਾ ਰੱਬ ਹੋਰ ਹੈ, ਤੇਰਾ ਰੱਬ ਹੋਰ ਹੈ। ਉਹ ਹਿੰਦੂ ਮੁਸਲਿਮ ਦੇ ਰੱਬ ਨਾਲ ਨਫ਼ਰਤ ਕਰਦਾ ਹੈ, ਮੁਸਲਿਮ ਹਿੰਦੂ ਦੇ ਰੱਬ ਨਾਲ ਨਫ਼ਰਤ ਕਰਦਾ ਹੈ। ਇਹੀ ਕਾਰਨ ਸੀ ਕਿ ਮੰਦਰ ਵਾਲਿਆਂ ਨੇ ਮਸਜਿਦਾਂ ਢਾਈਆਂ ਤੇ ਮਸਜਿਦਾਂ ਵਾਲਿਆਂ ਨੇ ਮੰਦਰ ਢਾ ਦਿੱਤੇ। ਪਹਿਚਾਨ ਨਹੀਂ ਪਾਏ ਉਸ ਅਗੰਮੀ ਜੋਤ ਨੂੰ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਜੀ ਸਾਹਿਬ ਨੇ ਜਦੋਂ ਰੱਬ ਦੇ ਵਿਸ਼ੇ ਤੇ ਗੱਲ ਕੀਤੀ ਤੇ ਸਭ ਤੋਂ ਪਹਿਲਾਂ ਇੱਕ ਦੀ ਗੱਲ ਕੀਤੀ। ਇੱਕ ਪਾਤਸ਼ਾਹ ਕਹਿੰਦੇ, ਗੁਰੂ ਕਿਆ ਸਿੱਖਾਂ, ਮੈਂ ਤੇਰੇ ਸਾਰੇ ਭੁਲੇਖੇ ਇੱਥੇ ਦੂਰ ਕਰ ਦੇਣੇ ਚਾਹੁੰਨਾ। ਜੇ ਰੱਬ ਦੀ ਗੱਲ ਕਰਨੀ ਹੈ ਤੇ ਸੱਜਣਾ, ਸਭ ਤੋਂ ਪਹਿਲਾਂ ਹਿਰਦੇ ਵਿੱਚ ਇੱਕ ਗੱਲ ਦ੍ਰਿੜ ਕਰ ਲਈ
कि परमात्मा एक है, उहदे वर्गा कोई नहीं, वो सर्व व्यापक है। एक ओंकार आपां लफ्ज पढ़ते हैं। इत्थे सतगुरु जी ने 7 श्लोक बख्शिश कीते इस पौड़ी दे नाल, 7 श्लोक ते 7 दे विच एक गल कीती है, एक तू ही, एक तू ही। दातार कहंदे हे मालिक जी, तेरे तो बगैर कोई दूजा नहीं, एक तू ही तू है। संसार दे विच तेरे प्यारे बहुत होणगे, इस संसार ते आए, भावें वो सनातन मत दे महापुरख ने, भावें इस्लाम मत दे महापुरख ने, सत्कारयोग ने सब, पर प्यार वालिओ एक गल चेता रखियो, गुरु नानक दी विचारधारा नूं जे समझना है ते सब तो प्रथम इस गल नूं दृढ़ करना पएगा कि परमात्मा एक है, उहदे वर्गा होर कोई नहीं। वेखो जदों दुबदा विच भगत ना होवे, महाराज जी कहंदे जदों दिमाग विच दुबदा आ जाएगी, फिर जुड़ के बैठांगे ते बह के सोचांगे की। ਜਿਹੜੀ ਸੁਰਤ ਨੂੰ ਰੱਬ ਵਾਲੇ ਪਾਸੇ ਲਾਉਣਾ ਹੈ, ਜੇ ਉਹ ਸੁਰਤ ਸਾਡੀ ਸਪਸ਼ਟ ਹੀ ਨਹੀਂ ਹੈ, ਉਹਦੇ ਵਿੱਚ ਦੁਬਦਾ ਪਈ ਹੋਈ ਹੈ, ਤੇ ਧਿਆਨ ਕਿਹਦਾ ਧਰਾਂਗੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਪ ਜੀ ਬਚਨ ਪੜ੍ਹਦੇ ਹੋ, ਮਾਲਕ ਜੀ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ। ਦਾਲ ਜਿਹੜੇ ਬੀ ਨੂੰ ਆਪਾਂ ਦਲ ਦਈਏ, 2 ਟੁਕੜੇ ਕਰਕੇ ਜ਼ਮੀਨ ਵਿੱਚ ਬੀਜੀਏ, ਕਦੀ ਪੁੰਗਰਦਾ ਨਹੀਂ ਹੈ। ਜਦੋਂ ਸਾਡਾ ਮਨ ਖਿਲਾਰ ਦੇ ਵਿੱਚ ਆ ਜਾਏਗਾ, ਅੱਧਾ ਕੁ ਉਧਰ ਅੱਧਾ ਕੁ ਉਧਰ, ਤੇ ਗੁਰੂ ਸਵਾਰਿਓ ਇਹ ਫਿਰ ਮਨ ਦੇ ਵਿੱਚੋਂ ਕੁਝ ਪੁੰਗਰੇਗਾ ਨਹੀਂ। ਜਦੋਂ ਮਨ ਹੀ ਖਿਲ ਰਿਹਾ ਹੋਇਆ, ਜਿਨੇ ਰੱਬ ਦੀ ਗੱਲ ਕਰਨੀ ਹੈ ਉਹ ਮਨ ਹੀ ਖਿਲ ਰਿਹਾ ਹੋਇਆ, ਤੇ ਫਿਰ ਇਸ ਮਨ ਦੇ ਨਾਲ ਅਸੀਂ ਕੀ, ਇਹਦੇ ਵਿੱਚੋਂ ਕੀ ਫਲ ਪ੍ਰਾਪਤ ਕਰਾਂਗੇ। ਸਭ ਤੋਂ ਪ੍ਰਥਮ ਇੱਕ ਅਕਾਲ ਪੁਰਖ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ। ਸ਼ਲੋਕ ਆਪ ਜੀ ਨੂੰ ਅਰਜ਼ ਕੀਤੀ ਹੈ, 7 ਸ਼ਲੋਕ ਨੇ। ਆਪਾਂ ਨਾਲ ਨਾਲ ਵਿਚਾਰ ਕਰਦੇ ਹਾਂ ਤੇ ਨਾਲ ਨਾਲ ਸਤਿਗੁਰੂ ਜੀ ਦੇ ਗੁਰਬਾਣੀ ਦੇ ਹੋਰ ਉਦਾਹਰਨਾਂ ਲੈ ਕੇ ਆਪਾਂ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸ਼ਾਇਕਾ ਰਾਇਆ। ਇਹ ਫਾਰਸੀ ਦੇ ਲਫ਼ਜ਼ ਨੇ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੜੀਆਂ ਭਾਸ਼ਾਵਾਂ ਆਪ ਜੀ ਸਾਰੇ ਜਾਣਦੇ ਹੋ। ਮਹਾਰਾਜ ਜੀ ਕਹਿੰਦੇ ਹਮ ਲਫ਼ਜ਼ ਜਿਹੜਾ ਹੈ ਇਹ ਹਮਾ ਤੋਂ ਬਣਿਆ। ਹਮਾ ਇਹਦਾ ਮਤਲਬ ਹੈ ਸਾਰੀ ਜਿੰਨੀ ਵੀ ਕਾਇਨਾਤ ਹੈ। ਹਮ ਜ਼ੇਰ ਜ਼ਿਮੀ, ਜਿੰਨੀ ਵੀ ਇਹ ਦੁਨੀਆ ਦਿਖ ਰਹੀ ਹੈ, ਜ਼ਮੀਨ ਦਿਖ ਰਹੀ ਹੈ, ਇਹ ਸਾਰੀ ਕਾਇਨਾਤ ਇੱਕ ਦਿਨ ਐਸਾ ਹੋਏਗਾ, ਸਮਾਂ ਆਏਗਾ, ਆਪੋ ਆਪਣੇ ਸਮੇਂ ਦੇ ਅੰਦਰ ਮਿੱਟੀ ਵਿੱਚ ਮਿਲ ਜਾਣਗੇ। ਭਾਵ ਜ਼ਿਮੀ ਦੇ ਹੇਠਾਂ ਆਉਣਾ, ਭਾਵ ਖਤਮ ਹੋਣ ਵਾਲੀ ਚੀਜ਼। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸ਼ਾਇਕਾ ਰਾਇਆ। ਉਹਦੇ ਵਿੱਚ ਦਾਤਾਰ ਜੀ ਕਹਿੰਦੇ ਨੇ, ਭਾਵੇਂ ਫਿਰ ਕੋਈ ਪੀਰ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਬਾਦਸ਼ਾਹ ਹੈ, ਇਹਦੇ ਵਿੱਚ ਇਹ ਕੋਈ ਮਨ ਵਿੱਚ ਵਹਿਮ ਨਾ ਰੱਖਿਓ ਕਿ ਮੇਰੇ ਕੋਲ 4 ਟਕੇ ਨੇ, ਮੇਰੇ ਵਾਸਤੇ ਰੱਬ ਆਪਣਾ ਕਾਨੂੰਨ ਬਦਲ ਲਏਗਾ। ਪਿਆਰ ਵਾਲਿਓ, ਇਹ ਤੇ ਮੇਰੇ ਵਰਗਾ ਕੋਈ ਬੰਦਾ ਉੱਠ ਕੇ ਕਿਸੇ ਬਾਹਰੀ ਮਨੁੱਖ ਦੀ ਚਕਾਚੌਂਦ ਵੇਖ ਕੇ ਆਪਣੇ ਫੈਸਲੇ ਬਦਲ ਸਕਦਾ ਹੈ, ਪਰ ਇੱਕ ਖਿਆਲ ਰੱਖਿਓ, ਜਦੋਂ ਰੱਬ ਦੇ ਨਿਆਂ ਦੀ ਚੱਕੀ ਚੱਲਦੀ ਹੈ, ਇਹਦੇ ਵਿੱਚ ਸਾਰੇ ਪੀਏ ਜਾਂਦੇ ਨੇ। ਇਹਦੇ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਸਾਹਿਬ ਜੀ ਕਹਿੰਦੇ ਬਚਨ, ਇਸ ਸੰਸਾਰ ਦੇ ਵਿੱਚ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਭਿਖਾਰੀ ਹੈ, ਜਦੋਂ ਮਨੁੱਖ ਦੀ ਵਾਰੀ ਆ ਗਈ ਤੇ ਕਿਸੇ ਦੀ ਹਿੰਮਤ ਨਹੀਂ ਕੋਈ ਰੋਕ ਪਾ ਸਕੇ, ਕਿਸੇ ਦੀ ਕੋਈ ਹਿੰਮਤ ਨਹੀਂ ਹੈ। ਆਪ ਜੀ ਬਚਨ ਬਹੁਤ ਵਾਰ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਦੇ ਹੋ। ਸਾਹਿਬ ਜੀ ਕਹਿੰਦੇ ਨੇ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸਾਡੀ ਬਾਹਰੀ ਚੱਕਾ ਚੌਂਦ ਵੇਖ ਕੇ ਦੁਨੀਆ ਤੇ ਸਾਨੂੰ ਸਲਾਮਾਂ ਕਰੇਗੀ, ਸਾਡੇ ਵਾਸਤੇ ਸੰਸਾਰ ਤੇ ਆਪਣੇ ਨਿਯਮ ਬਦਲ ਸਕਦਾ ਹੈ, ਪਰ ਪਰਮਾਤਮਾ ਦੇ ਕਾਨੂੰਨ ਦੀ ਜਿਹੜੀ ਚੱਕੀ ਹੈ ਪਿਆਰਿਓ, ਉਹ ਸਾਰਿਆਂ ਲਈ ਇੱਕ ਬਰਾਬਰ ਚੱਲਦੀ ਹੈ। ਦਾਤਾਰ ਕਹਿੰਦੇ ਨੇ, ਪੀਰਾ ਮਸ਼ਾਇਕਾ ਰਾਇਆ। ਭਾਵੇਂ ਕੋਈ ਪੀਰ ਹੈ, ਮਸ਼ਾਇਕ ਹੈ, ਭਾਵੇਂ ਕੋਈ ਰਾਇਆ ਹੈ। ਮੇ ਰਵਦ ਬਾਦਸ਼ਾਹ ਅਫਜ਼ੂ ਖੁਦਾਇਆ। ਮੇ ਰਵਦ ਦਾ ਮਤਲਬ ਹੈ ਚਲੇ ਜਾਣਾ।
बड़े बड़े वड्डे बादशाह, बड़े बड़े औलीए, बड़े बड़े संसार विच जिन्हां ने ये वचन कहे सन कि साडी आवाज दे नाल दिन की शुरुआत हुंदी है, जिन्हां दे हुक्म तो बगैर कहंदे सन पत्ता नहीं हिलदा, वो भी इस संसार विच आए। ते जदों समा आया उदों उन्हां दी कोई चीज कम नहीं आई। गुरु प्यारे, ताही ते गुरु ग्रंथ साहिब पातशाह जी ने वार वार सानू हलूना दिता है, ताही ते वार वार सतगुरु पातशाह ने समझाया है। महाराज जी कहंदे ने, साहब कहंदे ने, भाई सजना अपने जीवन दे विच इहो जिहा पल्ले बन सौदा भी तेरी पोटली दे विच कर्मा रूपी ऐसे तेरे लाल गुण होण, जिस वक्त तू इस संसार तो जावें ते तेनू ये ना होवे मैं अपनी सवासां दी पूंजी जिहड़ी मालक दे दर तो लैके आया सां, मैं एवें बुराइयां करदियां, विषय विकार कमाउंदियां, निंदा चुगली ईरखा विच एवें सब कुछ गवा दिता। दातार कहंदे तेरे मन विच भरम नहीं होना चाहिए। तू बड़ा खिड़े मत्थे दे नाल, बड़े खुश हिरदे दे नाल एक कवें कि हे अकाल पुरख, जेड़ी तू सवासां दी पूंजी मैनू बख्शिश कीती सी, आ वेख मैं वो एक एक सवास दे नाल रब्बी गुणा दा व्यापार कीता है। वो एक एक सवास दे नाल मैं बुराई नहीं खरीदी। वो एक एक सवास जदों मेरा चलदा सी उदों मेरी जुबान तेनू ही उचारण करदी सी, मैं इहदे नाल कदी बुराई नहीं खरीदी। तू बड़ा सुरखरू होके संसार विचों जावें। दातार जी दी बाणी कहंदी है, राजे रैयत सिकदार कोई ना रहसी, ओ हट पटन बाजार हुक्मी टैसी, ओ पक्के बंक द्वार मूर्ख जाने अपने, राज मिलख सिकदार किथे से अपने, तंबू पलंग निवार सरायचे लालती। दातार कहंदे बड़े घर सोहणे बनाए, बड़े कीमती घर दे विच वेखण वालियां चीज़ां लाइयां, लोकां ने जिन्हां ने वेख्या अश अश कर उठिया। पर साहब जी कहंदे अखीर की होया, अखीर की होया, कबीर कोठे मंडप माड़ियां, उसारेंदे पी गए, कूड़ा सौदा कर गए, गोरी आए पए। साहब जी कहंदे ने कूड़ा सौदा कर गए। कल अर्ज की सी गुरु तेग बहादुर साहब जी दे बचन दी। गुरु तेग बहादुर साहब पातशाह ने कहा, महाराज जी कहंदे तू घर उसार, बहुत कीमती उसारे, बहुत कुछ मुबारक है, पर सजना एक चेता रखी, रब तो, रब दे नाम तो टुट के तेरे ए उसारियां हुईयां महल माड़ियां, तेरे उसारे हुए सोने महल, एक कूड़े सौदे तो वध कुछ भी नहीं है। गुरु तेग बहादुर साहब कहंदे ने एक कूड़े सौदे तो वध कोई भी नहीं। ते कबीर साहब कहंदे कूड़ा सौदा कर गए, झूठा जिहा सौदा कर गए, उसारी गए महल माड़ियां, बड़े मनार उसार दिते, कूड़े सौदे तो बगैर कुछ नहीं। ते दूजे पासे दातार ने वचन के गुरु ग्रंथ साहब जी ने पातशाह कहंदे ने, बस्ता टुटी झुंपड़ी चीर सब छिन्ना, जात ना पत ना आदरो उद्यान पर मिन्ना, राजा सगली सृष्ट का। ये आखिरी पंक्तियां विच पातशाह ने कहा, मित्र ना इठ ना रूप, सारा कुछ। दातार कहंदे मित्र दोस्त कोई भी नेड़े नहीं। इसे तरह हुंदा ना जी, समाज की साडी बिरती बन चुकी है, जा भी निरधन देखियो नरको, संग छोड़ सब भागे। दातार कहंदे कुछ भी कोल नहीं, ना ते महल माड़ियां, ना कोई मित्र, साख संबंधी कोई भी कोल नहीं रहा, पर राजा सगली सृष्ट का हर नाम मन पिना। वाहिगुरु दा नाम तेरे मन विच है, तेरे वर्गा कोई राजा नहीं भाई गुरसिखा। गुरुदेव ने सानू हिरदे दा, दुनियावी राज ते कोई भी खो सकता है। अज मेरा, कल नूं किसे होर दा होएगा, कल नूं किसे होर दा, परसों कोई उदों ताकतवर आके आएगा ते खो के ले जाएगा। पर जेड़ा राजा सानू सतगुरु जी ने बनाया है, प्यार वालिओ, ओ राज जिवें परमात्मा दा राज निहचल है ना, सतगुरु जी ने ओही राज अपने गुरसिख नूं आत्मक तौर ते दे दिता है। गुरु क्या सिखा, मैं तेनू इहो जिहा राज देना चाहुंदा जिन्हों भगत रविदास जी ने बेगम पूरा कहा है।
जिन्हों भगत रविदास जी ने कहा बेगम पूरा शहर को नाओ, वो राज साहब सच्चे पातशाह कहते मैं गुरु कै सिखा तेनों देना चाहना। किड्डे आनंद की अवस्था सतगुरु जी ने बख्शिश की। तो अर्ज कर रहा सा, मैं रवद बादशाह, बादशाह भी चले जाने हैं, अफजू खुदाए, ते रहन वाला कौन है जी? सदा रहन। अफजू का मतलब जेड़ा बाकी बचेगा, वो है खुदाया, अकाल पुरख, परमेश्वर। एक तू ही, एक तू ही। साहब जी कहते अकाल पुरख एक तू ही तू है बस। जदों कुछ भी नहीं सी उदों भी तू ही सै, हुण जदों सारा कुछ है हुण भी तू ही है, ते जदों कुछ भी ना रहेगा उदों भी तू होएगा। तेरे तो बाकी दृष्टमान है सगल मिथेना। ये साडियां अखां दी पकड़ विच जिहड़ी चीज आ गई वो मिथ्या है, खत्म होने वाली एक बार जरूर, जिहड़ा दृष्टि आउंदा चीज। पर एक अकाल पुरख है जिन्हों गुरु ग्रंथ साहिब महाराज जी ने कहा अवल अल्लाह नूर उपाया, कुदरत के सब बंदे एक नूर ते। वो एक नूर सारियां दे विच, वो एक नूर की गल गुरु ग्रंथ साहिब सच्चे पातशाह महाराज जी ने की। एक तू ही, एक तू ही। महला पहला, ना देव दानवा नरा, ना सिद्ध साधका तरा। दातार कहंदे कोई देव बनया होवे, बड़ा वड्डा देवता अपने आप नूं अखवाउंदा होवे, कोई कहंदा होवे, दैंतां नूं भी हंकार हुंदा जी, देवते नूं हंकार, दैंत नूं भी हंकार। चंगियाई दी हौमे ते है ही है, कईयां नूं प्यार वाले बुरियाई दी भी बड़ी हौमे जी। दातार कहंदे पर चेता इस गल दा अपने मन विच दृढ़ कर लियो, भावें तू देव बिरती दा मालिक है, भावें तू दैंत बिरती दा मालिक है, ना देव दानवा नरा, ना सिद्ध साधका तरा। कोई सिद्ध कर साधना करन वाला, कोई साधना विच पुग चुका होवे, भावें कोई देव है, दैंत है, मनुख है, इस संसार दे विच कोई भी स्थिर नहीं रहा। स्थिर कौन है? अस्त एक, दिगर कोई। दातार ने दिगर कोई दा मतलब दूजा दसो कौन है कोई संसार दे विच जेड़ा बांह खड़ी करके गल कवे कि मैं इथों जाण वाला नहीं, किसी दी हिम्मत नहीं मैनू इस संसार तो कोई लै जाए। कोई ऐसा है मनुख? कोई भी नहीं है। जो आया सो चल सी, सब कोई आई वारी है जो संसार विच। फिर पातशाह जी ने सानू बड़ी प्यारी विचार दी है। महाराज जी ने नाल दी नाल जदों ये आउण जाण दी खेड सतगुरु ने समझाई है, उहदे नाल नाल दातार ने यह भी बचन कहे। पातशाह कहन लगे ये आउण जाण दी खेड ते चलदी रहनी है, इनू तू बदल नहीं सकदा, पर एक ख्याल करी, इस आउण जाण दी खेड दे विच जिहड़ा खेडण दा समय ना संसार दा, ये तेरी जिंदगी विच तेरी पूंजी बननी है। आप जी बचन पढ़ते हो, साहब जी कहते ने पुन्नी पापी आखण ना है, ये कहण दियां गल्लां नहीं। कर कर करना लिख ले जाहो, आपे बीज आपे ही खाहो, नानक हुक्मी आवो जाहो। सच्चे पातशाह कहते पुन्न पाप कहण दियां गल्लां नहीं। ये ना सोचो भी साडे तो किन्ने किहड़ा लेखा लैना है। कीते हुए कर्मां दा हिरदे ते इन्ना बोझ हो जाता है गुरु प्यारिओ, कई बार मनुख नूं वो बोझ लैके जिंदगी जिउणी बड़ी औखी हो जाती है। मैं अर्ज की सी धन गुरु गोबिंद सिंह साहब जी ने औरंगजेब नूं जिहड़ा चिट्ठी लिखी जित दी जफरनामा, इतिहास ये बचन लिखदा है कि औरंगजेब ने जिस वक्त वो चिट्ठी नूं पढ़िया, उस जफरनामे नूं पढ़िया औरंगजेब ने, उस दिन तो बाद औरंगजेब कदी सुख दी नींदरे नहीं सुता। की होया? दशमेश पिता ने ऐसा की कीता? साहब सच्चे पातशाह ने विखा दिता, औरंगजेब अब बारी महल माड़ियां नूं एक पासे रख, सज्जना तेरे अंदर जेड़े तू पापां दियां पंडां भरियां हुईयां,
ਜਿਹੜੀਆਂ ਬੁਰਾਈਆਂ ਦਾ ਭਾਰ ਤੇਰੀ ਆਤਮਾ ਦੇ ਉੱਤੇ ਤੂੰ ਇਕੱਠਾ ਕੀਤਾ ਹੋਇਆ ਹੈ, ਇਹ ਲੈ ਕੇ ਤੂੰ ਜ਼ਿੰਦਗੀ ਜਿਉਣਾ, ਤੇਰੀ ਜ਼ਿੰਦਗੀ ਤੇ ਧਿਕਾਰ ਹੈ। ਉਹਨੂੰ ਸ਼ੀਸ਼ਾ ਵਿਖਾ ਦਿੱਤਾ, ਅਸਲੀਅਤ ਵਿਖਾ ਦਿੱਤੀ ਔਰੰਗਜ਼ੇਬ ਨੂੰ, ਤੇ ਉਹਦਾ ਜਿਉਣਾ ਮੁਸ਼ਕਲ ਹੋ ਗਿਆ ਸੀ। ਇੱਕ ਦਿਨ ਸੁੱਖ ਦੀ ਨੀਂਦਰੇ ਨਹੀਂ ਸੁੱਤਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਮਹਾਰਾਜ ਜੀ ਕਹਿੰਦੇ ਸਾਰਾ ਕੁਝ ਪੁੰਨੀ ਪਾਪੀ ਆਖਣ ਨਾ ਹੈ, ਇਹ ਕਹਿਣ ਦੀਆਂ ਗੱਲਾਂ ਨਹੀਂ, ਆਤਮਾ ਨੂੰ ਬੋਝ ਬਣ ਜਾਂਦੇ ਸਾਡੇ ਕੀਤੇ ਹੋਏ ਮਾੜੇ ਕਰਮ, ਫਿਰ ਕਰ ਕਰ ਕਰਨਾ ਲਿਖ ਲੈ ਜਾਹੋ। ਸਾਹਿਬ ਜੀ ਕਹਿੰਦੇ ਜੋ ਕਰੇਗਾ ਉਹ ਛੱਡ ਕੇ ਨਹੀਂ ਜਾਇਆ ਜਾਣਾ, ਜਿੱਡਾ ਮਰਜੀ ਤੂੰ ਚਤੁਰ ਹੋਵੇਂ, ਉਹ ਛੱਡ ਕੇ, ਹਾਂ ਜੋ ਇਕੱਠਾ ਕੀਤਾ ਹੈ ਉਹ ਛੱਡ ਜਾਏਗਾ, ਪਰ ਉਹਦਾ ਜਿਹੜਾ ਪ੍ਰਭਾਵ ਹੈ, ਜਿਹੜਾ ਉਹਦੇ ਪੁੰਨ ਪਾਪ ਦਾ ਪ੍ਰਭਾਵ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਨਾਲ ਲੈ ਕੇ ਜਾਣਾ ਪਏਗਾ। ਫਿਰ ਨਾਲ ਲਿਜਾ ਕੇ ਕੀ ਕਰਨਾ ਪਏਗਾ ਜੀ? ਜ਼ਿੰਦਗੀ ਵਿੱਚ ਨਾਲ ਨਾਲ ਤੁਰੇਗੀ ਸਾਡੀ ਕਰਨੀ। ਜੋ ਅਸੀਂ ਕਰਮ ਕਰਦੇ ਆ ਨਾ ਗੁਰਮੁਖੋ, ਸਾਡੀ ਕਰਨੀ ਸਾਡੀ ਜ਼ਿੰਦਗੀ ਦੇ ਨਾਲ ਨਾਲ ਤੁਰਦੀ ਹੈ। ਜਿਵੇਂ ਕੋਈ ਵੀ ਅਹੁਦੇ ਤੇ ਸੁਭਾਏਮਾਨ ਹੋਵੇ, ਉਸੇ ਅਹੁਦੇ ਦਾ ਪ੍ਰਭਾਵ ਉਹਦੇ ਨਾਲ ਤੁਰਦਾ ਨਾ। ਜਿਵੇਂ ਸਤਿਕਾਰਯੋਗ ਕੋਈ ਵੀ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਣ, ਸਾਨੂੰ ਕਿਤੇ ਵੀ ਬਾਜ਼ਾਰ ਵਿੱਚ ਮਿਲ ਜਾਣ, ਪਿਆਰੇ ਸਿੱਖ ਸੰਗਤਾਂ ਉਹਨਾਂ ਦਾ ਉਹਨਾਂ ਅਦਬ ਕਰਦੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦਾ ਸੇਵਕ ਹੈ, ਕਰਦੇ ਜੇ ਨਾ। ਉਹ ਇਸ ਕਰਨੀ ਦਾ ਪ੍ਰਭਾਵ ਨਾਲ ਸਾਡੀ ਜ਼ਿੰਦਗੀ ਦੇ ਤੁਰਦਾ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਜੋ ਕੁਝ ਵੀ ਵਿਚਰ ਕੇ ਤੁਸੀਂ ਕਰਦੇ ਹੋ, ਗੁਰੂ ਕੇ ਸਵਾਰਿਓ, ਸਾਡੇ ਕਰਮਾਂ ਦਾ ਪ੍ਰਭਾਵ ਸਾਡੀ ਜ਼ਿੰਦਗੀ ਦੇ ਨਾਲ ਤੁਰਦਾ ਹੈ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਫਿਰ ਜਿਹੜੇ ਬੀਜ ਬੀਜਦੇ ਆ ਉਹ ਖਾਣੇ ਵੀ ਆਪ ਪੈਂਦੇ ਨੇ। ਤੇ ਅੱਗੇ ਦਾਤਾਰ ਨੇ ਜ਼ਿਕਰ ਕੀਤਾ, ਜਿਹੜੇ ਇਸ ਵਿਚਾਰ ਦੀ ਨਾਨਕ ਹੁਕਮੀ ਆਵੋ ਜਾਹੋ। ਤਾਂ ਹੀ ਤੇ ਦਾਤਾਰ ਨੇ ਸਾਡੀ ਆਤਮਾ ਨੂੰ ਪਵਿੱਤਰ ਕਰਨ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਰਮ ਭਾਵੇਂ ਬਾਹਰੀ ਦੱਸੇ, ਭਾਵੇਂ ਬਾਹਰੀ ਕਰਮਾਂ ਦੀ ਗੱਲ ਕੀਤੀ, ਸਰੀਰ ਦੇ ਨਾਲ ਵੀ ਜਿਹੜਾ ਅਸੀਂ ਕਰਮ ਕਰਦੇ ਹਾਂ। ਸਤਿਕਾਰਯੋਗ ਸਿੰਘ ਸਾਹਿਬ ਜੀ ਇਹ ਕਰ ਰਹੇ ਸਨ ਵਿਚਾਰ ਵੀ ਆਪਣੇ 1 ਤਰੀਕ ਨੂੰ ਸਾਹਮਣੇ ਜਿਹੜੀ ਇਮਾਰਤ ਬਣ ਰਹੀ ਹੈ ਲੰਗਰ ਦੀ, ਕਾਰਸੇ ਵਾਲੇ ਮਹਾਂਪੁਰਸ਼ਾਂ ਨੇ ਇਹ ਸੇਵਾ ਕਰਾ ਰਹੇ ਨੇ। 1 ਤਰੀਕ ਨੂੰ ਇਹਦਾ ਲੈਂਟਰ ਪੈਣਾ ਹੈ। ਹੱਥੀਂ ਸੇਵਾ ਹੁੰਦੀ ਹੈ। ਹੱਥੀਂ ਜਿਹੜੀ ਸੇਵਾ, ਇੱਕ ਤੇ ਵੇਖੋ ਮਾਇਆ ਦੀ ਸੇਵਾ ਹੈ, ਤਨ ਦੀ ਸੇਵਾ ਹੈ, ਧਨ ਦੀ ਸੇਵਾ ਤੇ ਮਨ ਦੀ ਸੇਵਾ। ਤੇ ਸਾਨੂੰ ਬਾਣੀ ਭਲਾ ਕੀ ਕਹਿੰਦੀ ਹੈ? ਮਹਾਰਾਜ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਗੁਰਦੇਵ ਕਹਿੰਦੇ ਆਪਣਾ ਤਨ ਵੀ, ਮਨ ਵੀ, ਧਨ ਵੀ ਗੁਰੂ ਨੂੰ ਸੌਂਪ ਦੇਈ। ਇਹ ਨਾ ਹੋਵੇ ਪਿਆਰਿਓ, ਕਈ ਵਾਰ ਨਾ ਅਸੀਂ ਇਸ ਪੱਖੋਂ ਥੋੜਾ ਪਿਛੜੇ ਹੋਏ ਹਾਂ। ਜਿਵੇਂ ਜਿਵੇਂ ਸਾਡੀਆਂ ਸੁੱਖ ਸਹੂਲਤਾਂ ਵੱਧ ਗਈਆਂ ਨੇ, ਅਸੀਂ ਹੱਥੀਂ ਸੇਵਾ ਕਰਨ ਨੂੰ ਬਹੁਤੀ ਤਰਜੀਹ ਨਹੀਂ ਦਿੰਦੇ। ਆਪ ਤੇ ਗੁਰੂ ਸਵਾਰੇ ਸਾਰੇ ਗਿਆਨਵਾਨ ਹੋ, ਇਸ ਵਿਚਾਰ ਨੂੰ ਸਮਝਦੇ ਹੋ, ਪਰ ਬਹੁਤੀ ਵਾਰ ਅੱਜ ਦੀ ਚਕਾ ਚੌਂਦ ਹੈ ਜਿਹੜੀ ਸਮਾਜ ਦੀ। ਦਸ਼ਮੇਸ਼ ਪਾਤਸ਼ਾਹ ਨੂੰ ਇੱਕ ਗੁਰਸਿੱਖ ਨੇ ਪਾਣੀ ਫੜਾਇਆ ਸੀ। ਮਹਾਰਾਜ ਜੀ ਨੇ ਜਦੋਂ ਪਾਣੀ ਮੰਗਿਆ ਤੇ ਉਹਨੇ ਪਾਣੀ ਫੜਾਤਾ ਸਤਿਗੁਰੂ ਪਾਤਸ਼ਾਹ ਨੂੰ। ਦਾਤਾਰ ਨੇ ਉਹਦਾ ਹੱਥ ਵੇਖਿਆ, ਬੜਾ ਗੋਰਾ ਚਿੱਟਾ ਲਾਲ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇਰੇ ਹੱਥ ਦਾ ਪਾਣੀ ਨਹੀਂ ਪੀਣਾ। ਕਹਿਣ ਲੱਗਾ ਮਹਾਰਾਜ ਕਿਉਂ? ਸਾਹਿਬ ਜੀ ਕਹਿੰਦੇ ਤੇਰੇ ਹੱਥ ਵਿੱਚੋਂ ਖੁਸ਼ਬੂ ਨਹੀਂ ਆਉਂਦੀ, ਬਦਬੂ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਖੁਸ਼ਬੂ ਨਹੀਂ ਆਉਂਦੀ, ਤੇਰੇ ਹੱਥ ਚੋਂ ਬਦਬੂ ਆਉਂਦੀ ਹੈ। ਕਹਿਣ ਲੱਗਾ ਦਾਤਾਰ ਪਾਤਸ਼ਾਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਪਏ, ਮੇਰੇ ਹੱਥ ਚੋਂ ਬਦਬੂ? ਮੈਂ ਤੇ ਜਿੰਨੇ ਚੰਗੇ ਸਾਬਣ ਲਾ ਕੇ ਇਹਨਾਂ ਹੱਥਾਂ ਨੂੰ ਸਾਫ਼ ਕਰਦਾ, ਜਿੰਨੇ ਖੁਸ਼ਬੂਦਾਰ ਚੀਜ਼ਾਂ, ਮੈਂ ਤੇ ਕਦੀ ਆਪਣਾ ਜੋੜਾ ਚੁੱਕ ਕੇ ਆਪ ਪੈਰ ਵਿੱਚ ਨਹੀਂ ਪਾਇਆ। ਉਹਦੇ ਵਾਸਤੇ ਵੀ ਮੈਂ ਨੌਕਰ ਰੱਖੇ ਹੋਏ ਨੇ, ਤੇ ਤੁਸੀਂ ਕਹਿੰਦੇ ਹੋ ਮੇਰੇ ਹੱਥਾਂ ਵਿੱਚ ਬਦਬੂ ਆਉਂਦੀ ਹੈ। ਦਾਤਾਰ ਜੀ ਕਹਿੰਦੇ ਤਾਂ ਹੀ ਤੇ ਆਉਂਦੀ ਹੈ, ਇਹ ਬਦਬੂ ਆਉਂਦੀ ਹੋਈ ਤਾਂ ਹੈ, ਇਹਨਾਂ ਹੱਥਾਂ ਦੇ ਨਾਲ ਸੱਜਣਾ ਤੋਂ ਕਦੀ ਸੇਵਾ ਨਹੀਂ ਕੀਤੀ, ਤਾਂ ਹੀ ਤੇ ਆਉਂਦੀ ਹੈ। ਜਿਵੇਂ ਮਨ ਜੁੜ ਜੇ, ਵੇਖੋ ਸਾਹਿਬੀ ਮਿਲਦੀ ਹੈ। ਇਹ ਆਪ ਜੀ ਨੇ ਕਈ ਮਹਾਂਪੁਰਖਾਂ ਪਾਸੋਂ ਬਚਨ ਸਰਵਣ ਕੀਤੇ ਹੋਣੇ। ਸਾਹਿਬੀ ਕਿਵੇਂ ਗੁਰੂ ਸਾਹਿਬੀ ਬਖਸ਼ਦਾ ਹੈ। ਇੱਕ ਆਮ ਜਿਹਾ ਕੱਪੜਾ
ਆਮ ਜਿਹਾ ਕੱਪੜਾ ਕਿਸੇ ਦੁਕਾਨ ਤੇ ਪਿਆ ਹੋਵੇ, ਜਿੰਨਾ ਮਰਜੀ ਚਿਰ ਪਿਆ ਰਵੇ, ਕੋਈ ਅਦਬ, ਕੋਈ ਸਤਕਾਰ, ਕੋਈ ਮਾਣ ਨਹੀਂ, ਪਰ ਉਸੇ ਕੱਪੜੇ ਨੂੰ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਛੁਆ ਦਿਆ ਜੇ ਤੇ ਉਹ ਕੀ ਬਣ ਜਾਂਦਾ ਜੀ? ਰੁਮਾਲਾ ਸਾਹਿਬ। ਪੱਥਰ ਸੰਸਾਰ ਵਿੱਚ ਬੜੇ ਕੀਮਤੀ ਤੋਂ ਕੀਮਤੀ ਨੇ, ਪਰ ਜਿਹੜਾ ਪੱਥਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਮਾਰਤ ਦੇ ਦਰਵਾਜ਼ੇ ਤੇ ਲੱਗ ਜਾਂਦਾ ਹੈ, ਫਿਰ ਭਾਵਨਾ ਵਾਲੇ ਗੁਰਸਿੱਖ ਉਹਨੂੰ ਵੀ ਨਮਸਕਾਰਾਂ ਕਰਦੇ ਨੇ। ਜਿਹੜੀ ਜਿਹੜੀ ਚੀਜ਼, ਚੌਰ ਜੁੜ ਗਿਆ ਗੁਰੂ ਦੇ ਨਾਲ, ਚੌਰ ਸਾਹਿਬ ਬਣ ਗਿਆ। ਇੱਕ ਕੱਪੜਾ ਗੁਰੂ ਨਾਲ ਜੁੜ ਗਿਆ, ਉਹ ਰੁਮਾਲਾ ਸਾਹਿਬ ਬਣ ਗਿਆ। ਇੱਕ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਗਿਆ ਤੇ ਕੀ ਉਹ ਕੀ ਬਣ ਜਾਏਗਾ ਜੀ? ਗੁਰੂ ਉਹਨੂੰ ਵੀ ਸਾਹਿਬੀ ਬਖਸ਼ ਦੇਣਗੇ। ਦਾਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੇਰੇ ਹੱਥਾਂ ਵਿੱਚੋਂ ਤਾਂ ਹੀ ਤੇ ਬਦਬੂ ਆਉਂਦੀ ਹੈ। ਕਹਿਣ ਤੋਂ ਭਾਵ ਕੀ ਹੈ? ਜਿੱਥੇ ਤਨ ਦੀ ਸੇਵਾ, ਮਨ ਦੀ ਸੇਵਾ, ਧਨ ਦੀ ਸੇਵਾ ਆ ਜੇ ਪਿਆਰਿਓ, ਗੁਰੂ ਤਨ ਵਿੱਚ ਵੀ ਬਰਕਤ ਪਾ ਦਿੰਦਾ ਜੀ। ਤਨ ਵਿੱਚ ਬਰਕਤ, ਰੋਗ ਕੱਟ ਦਿੰਦਾ ਸਤਿਗੁਰੂ ਮੇਰਾ ਵੈਦ ਗੁਰੂ ਗੋਬਿੰਦਾ ਹੈ। ਜਿੱਥੇ ਮਨ ਦੇ ਸੇਵਾ ਆ ਜਾਏ, ਗੁਰੂ ਮਨ ਦੇ ਵੀ ਰੋਗ ਕੱਟ ਦਿੰਦਾ ਹੈ। ਤੇ ਜਿੱਥੇ ਧਨ ਦੀ ਸੇਵਾ ਆ ਜਾਏ, ਗੁਰੂ ਫਿਰ ਉਸ ਧਨ ਵਿੱਚ ਵੀ ਬਰਕਤਾਂ ਪਾਉਂਦਾ ਹੈ। ਦਾਤਾਰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ, ਸਾਰਾ ਕੁਝ ਅਰਪਣ ਕਰ ਦੇ। ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਹੋਰ ਦਾਤਾਰ ਕਹਿੰਦੇ ਕੌਣ ਹੈ ਭਲਾ? ਇਹੀ ਤੇ ਕੀਤੇ ਹੋਏ ਕਰਮ ਤੇ ਸਾਡੇ ਨਾਲ ਜਾਣੇ ਆ। ਬਾਕੀ ਆਉਣਾ ਜਾਣਾ ਤੇ ਵਾਹਿਗੁਰੂ ਦਾ ਹੁਕਮ ਹੈ। ਨਾਨਕ ਹੁਕਮੀ ਆਵੋ ਜਾਹੋ, ਇਹ ਤੇ ਅਕਾਲ ਪੁਰਖ ਦਾ ਹੁਕਮ ਹੈ। ਪਿਆਰਿਓ, ਸਾਡੇ ਕੀਤੇ ਹੋਏ ਕਰਮ ਸਾਡੀ ਜ਼ਿੰਦਗੀ ਬਣ ਜਾਂਦੇ ਨੇ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਖੈਰ ਅਗਲਾ ਸ਼ਲੋਕ ਹੈ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਜੀ ਕਹਿੰਦੇ ਨਾ ਦਾਦੇ ਦੇਹੰਦ ਆਦਮੀ, ਬੜੇ ਬੜੇ ਇਨਸਾਫ ਕਰਨ ਵਾਲੇ। ਦਾਦੇ ਕਹਿੰਦੇ ਨੇ ਇਨਸਾਫ ਕਰਨ ਵਾਲੇ, ਦੇਹੰਦ ਦੇਣ ਵਾਲੇ, ਜਿਹੜੇ ਇਨਸਾਫ ਦਿੰਦੇ ਨੇ ਕਿਸੇ ਨੂੰ। ਬੜੇ ਬਹਿ ਕੇ ਮਹਿਫਲਾਂ ਲਾ ਕੇ, ਬੜੇ ਬੜੇ ਉੱਚੇ ਅਹੁਦਿਆਂ ਤੇ ਬਹਿ ਕੇ ਲੋਕਾਂ ਨੂੰ ਹੁਕਮ ਸੁਣਾਉਣ ਵਾਲੇ, ਇਨਸਾਫ ਕਰਨ ਵਾਲੇ ਲੋਕਾਂ ਦੇ ਉਹ ਆਦਮੀ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜ਼ੇਰ ਜ਼ਿਮੀ। 7 ਦੀਪ ਮੰਨੇ ਗਏ ਆ ਜਿਵੇਂ ਵੱਖੋ ਵੱਖਰੇ ਗ੍ਰੰਥਾਂ ਦੇ ਮੁਤਾਬਕ। ਪਾਤਸ਼ਾਹ ਕਹਿੰਦੇ ਉਹ ਵੀ ਨਹੀਂ ਰਹਿਣੇ। ਜ਼ੇਰ ਜ਼ਿਮੀ, ਇਹ ਦੁਨੀਆਦਾਰੀ ਵੀ ਨਹੀਂ ਰਹਿਣੀ। ਇਨਸਾਫ ਕਰਨ ਵਾਲੇ, ਲੋਕਾਂ ਨੂੰ ਹੁਕਮ ਸੁਣਾਉਣ ਵਾਲਿਆਂ ਦਾ ਵੀ ਕਦੀ ਵਾਹਿਗੁਰੂ ਹੁਕਮ ਸੁਣਾ ਦਿੰਦਾ ਹੈ। ਅਸਤ ਏਕ ਦਿਗਰ ਕੋਈ। ਪਾਤਸ਼ਾਹ ਕਹਿੰਦੇ ਰਹਿਣ ਵਾਲਾ ਕੌਣ ਹੈ? ਇੱਕ। ਦਿਗਰ ਕੋਈ, ਦੂਜਾ ਕੌਣ ਹੈ? ਏਕ ਤੂੰ ਹੀ, ਏਕ ਤੂੰ ਹੀ। ਕਹਿੰਦੇ ਹੈ ਅਕਾਲ ਪੁਰਖ, ਤੇਰੇ ਤੋਂ ਬਗੈਰ ਕੋਈ ਦੂਜਾ ਨਹੀਂ ਜਿਹੜਾ ਸੰਸਾਰ ਵਿੱਚ ਸਦਾ ਰਵੇ। ਤੇ ਆਪਾਂ ਜੁੜਨਾ ਫਿਰ ਕਿਹਦੇ ਨਾਲ ਹੈ? ਵੇਖੋ ਇਹਨਾਂ ਦੇ ਇਹ ਕੇਵਲ ਇਹ ਨਹੀਂ ਕਿ ਦੱਸ ਦਿੱਤਾ ਤੇ ਅਸੀਂ ਸੁਣ ਲਿਆ ਤੇ ਠੀਕ ਹੈ, ਨਹੀਂ, ਇਹਦਾ ਭਾਵ ਵੀ ਹੈ ਕੁਝ। ਬਾਦਸ਼ਾਹ ਕਹਿੰਦੇ ਨੇ ਤੂੰ ਉਹਦੇ ਨਾਲ ਜੁੜਦਾ ਹੈ। ਕਈ ਵੇਖੋ ਬੰਦਿਆਂ ਦੇ ਹੁੰਦੀ ਹੈ ਨਾ ਇਹੋ ਜੀ ਬਿਰਤੀ, ਵੀ ਜਿਹੜਾ ਕੋਈ ਪਾਵਰ ਵਿੱਚ ਆਇਆ ਉਹਦੇ ਨਾਲ ਹੀ ਨਾਤਾ ਜੋੜ ਲਿਆ। ਦੁਨਿਆਵੀ ਲੋਕ ਹੁੰਦੇ ਆ, ਕਈ ਬਿਜ਼ਨਸਮੈਨ ਇਹੋ ਜਿਹੇ ਹੁੰਦੇ, ਜਿਹੜਾ ਪਾਵਰ ਵਿੱਚ ਆਇਆ ਉਹਦੇ ਨਾਲ ਹੀ ਨਾਤਾ ਜੋੜ ਲਿਆ। ਤੇ ਪਰਮਾਤਮਾ ਉਹ ਕਿੰਨਾ ਚਿਰ ਪਾਵਰ ਵਿੱਚ ਰਹਿੰਦਾ ਹੈ? ਰਾਜੋ ਤਾਂ ਤੇਰਾ ਸਦਾ ਨਿਹਚਲ। ਪਰਮਾਤਮਾ ਦਾ ਰਾਜ ਤੇ ਸਦਾ ਹੀ ਨਿਹਚਲ ਹੈ। ਤੇ ਸਾਨੂੰ ਜੁੜਨਾ ਕਿਹਦੇ ਨਾਲ ਚਾਹੀਦਾ ਫਿਰ? ਜਿਹਦਾ ਰਾਜ ਨਿਹਚਲ ਹੈ, ਜਿਹਦਾ ਨਿਹਚਲ, ਜਿਹੜਾ ਰਾਜ ਚਲਾਏ ਮਾਨੀ, ਉਹਦੇ ਨਾਲ ਜੁੜ ਕੇ ਰਹਿਣਾ ਗੁਰਸਿੱਖ ਨੇ। ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਨਾ ਸੂਰ ਸਸ ਮੰਡਲੋ, ਸੂਰਜ ਸਸ ਚੰਦਰਮਾ, ਇਹ ਮੰਡਲ ਤਾਰੇ ਸਿਤਾਰੇ ਸਾਰੇ। ਨਾ ਸਪਤ ਦੀਪ ਨਹ ਜਲੋ, 7 ਦੀਪ ਸ੍ਰਿਸ਼ਟੀ, ਜਲ ਪਾਣੀ ਅੰਨ ਪੌਣ ਥਿਰ ਨਾ ਕੋਈ। ਦਾਤਾਰ ਜੀ ਕਹਿੰਦੇ ਅੰਨ ਪੌਣ ਹਵਾ, ਥਿਰ ਨਾ ਕੋਈ, ਕੋਈ ਵੀ ਥਿਰ ਨਹੀਂ ਹੈ। ਹਰ ਇੱਕ ਚੀਜ਼ ਘਟ ਰਹੀ ਹੈ, ਹਰ ਇੱਕ ਚੀਜ਼ ਘਟ ਰਹੀ ਹੈ। ਜੇ ਕੋਈ ਨਹੀਂ ਘਟ ਰਿਹਾ ਤੇ ਉਹ ਹੈ ਏਕ ਤੂੰ ਹੀ, ਏਕ ਤੂੰ ਹੀ।
ਜੇ ਕੋਈ ਚੀਜ਼ ਗੁਰਮੁਖੋਂ ਨਹੀਂ ਘਟ ਰਹੀ ਤੇ ਆਪਾਂ ਘਟਣ ਵਾਲੇ ਚੀਜ਼ ਦੇ ਨਾਲ ਨਹੀਂ ਜੁੜਨਾ, ਇਹਨੂੰ ਵਰਤਣਾ ਹੈ। ਇਹ ਵੀ ਅਰਜ਼ ਕਰਾਂ, ਗੁਰਸਿੱਖ ਤਿਆਗੀ ਨਹੀਂ ਹੁੰਦਾ, ਗੁਰਸਿੱਖ ਤਿਆਗੀ ਨਹੀਂ ਕਿਸੇ ਚੀਜ਼ ਦਾ, ਪਰ ਜੋ ਅਕਾਲ ਪੁਰਖ ਨੇ ਸਾਨੂੰ ਸਰੀਰ ਦੇ ਲਈ ਚੀਜ਼ ਦਿੱਤੀ ਹੈ ਉਹਨੂੰ ਆਪਾਂ ਸਰੀਰ ਕਰਕੇ ਵਰਤਣਾ ਹੈ, ਕੇਵਲ ਸਰੀਰ ਕਰਕੇ ਵਰਤਣਾ ਹੈ। ਜਦੋਂ ਸਰੀਰ ਵਾਲੀ ਚੀਜ਼ ਨੂੰ, ਮੈਂ ਅਰਜ਼ ਕਰਾਂ ਇੱਕ ਬੇਨਤੀ, ਛੋਟੀ ਉਦਾਹਰਨ ਹੈ। ਪੈਰ ਵਿੱਚ ਆਪਾਂ ਜੁਰਾਬ ਪਾਉਂਦੇ ਆ, ਸਿੰਪਲ ਜੀ ਉਦਾਹਰਨ ਬਿਲਕੁਲ ਸਮਝਾਉਣ ਵਾਲੀ। ਪੈਰ ਵਿੱਚ ਜੁਰਾਬ ਪਾਈ ਦੀ ਹੈ, ਜੇ ਉਹਨੂੰ ਕੋਈ ਹੱਥ ਵਿੱਚ ਪਾ ਲੇ ਆਪਾਂ ਕੀ ਕਹਿੰਦੇ ਆ ਵੀ ਕਿੱਡਾ ਮੂਰਖ ਹੈ। ਪੈਰ ਵਿੱਚ ਪਾਉਣ ਵਾਲੀ ਜੁਰਾਬ ਨੂੰ ਹੱਥ ਵਿੱਚ ਪਾਈਦਾ। ਜਿਹੜਾ ਕੋਈ ਗਲ ਵਿੱਚ ਪਾਉਣ ਵਾਲਾ ਕੱਪੜਾ ਹੈ ਉਹਨੂੰ ਆਪਾਂ ਲੱਤਾਂ ਵਿੱਚ ਪਾਉਂਦੇ ਫਿਰੀਏ, ਲੋਕਾਂ ਨੇ ਕਹਿਣਾ ਚੰਗਾ ਇਨਸਾਨ ਹੈ। ਇਹਨੂੰ ਇੰਨਾ ਪਤਾ ਨਹੀਂ ਵੀ ਕਿਹੜੀ ਚੀਜ਼ ਕਿੱਥੇ ਸਰੀਰ ਦੇ ਵਿੱਚ ਪਾਉਣ ਵਾਲੀ ਹੈ। ਕੋਈ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਨੂੰ ਸਿਰ ਤੇ ਰੱਖੀ ਫਿਰੇ। ਪਿਆਰ ਵਾਲਿਓ, ਗੁਰੂ ਨੇ ਸਾਨੂੰ ਇਹ ਵੀ ਅਕਲ ਦਿੱਤੀ ਹੈ, ਮੱਤ ਦਿੱਤੀ ਹੈ ਵੀ ਪਿਆਰਿਆ ਕਿਹੜੀ ਚੀਜ਼ ਕਿਵੇਂ ਵਰਤਣੀ ਹੈ। ਇਹ ਜੋ ਸੰਸਾਰ ਜਿੰਨਾ ਵੀ ਅਸੀਂ ਕਮਾਈਆਂ ਕਰਦੇ ਹਾਂ, ਘਰ-ਬਾਰ, ਕੋਠੀਆਂ, ਕਾਰਾਂ, ਦਾਤਾਰ ਨੇ ਜਿਨ੍ਹਾਂ ਨੂੰ ਬਰਕਤਾਂ ਦਿੱਤੀਆਂ ਨੇ, ਇਹਨਾਂ ਦੇ ਵਿੱਚੋਂ, ਦਾਤਾਂ ਵਿੱਚੋਂ ਆਪਾਂ ਦਾਤਾਰ ਨੂੰ ਵੇਖਣਾ ਹੈ। ਇਹ ਤੇ ਸਿਮਰ ਸਾਡੀ ਮਾਲਾ ਬਣ ਜਾਂਦੀ ਹੈ। ਗੁਰਸਿੱਖੀ ਦੇ ਵਿੱਚ ਕਿਸੇ ਅਖੌਤੀ ਮਾਲਾ ਦਾ ਜ਼ਿਕਰ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਆਪ ਜੀ ਸੁਖਮਨੀ ਸਾਹਿਬ ਪੜ੍ਹਦੇ ਹੋ, ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਬਚਨ ਆਉਂਦੇ ਹੈ ਜੀ, ਜਿਹੇ ਪ੍ਰਸਾਦ, ਅਸ਼ਟਪਦੀ ਹੈ ਜੇ ਪ੍ਰਸਾਦ ਵਾਲੀ, ਉਹ ਗੁਰਸਿੱਖ ਦੀ ਮਾਲਾ ਹੈ। ਵੈਸੇ ਤੇ ਸਾਰੀ ਬਾਣੀ ਮਾਲਾ ਹੈ, ਉਹ ਗੁਰਸਿੱਖ ਦੀ ਮਾਲਾ ਹੈ। ਉਹਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ। ਸਾਡੇ ਅੰਗੇ ਅੰਮ੍ਰਿਤ ਵਰਗਾ ਜੇ ਭੋਜਨ ਪਿਆ ਤੇ ਉਹ ਇੱਕ ਮਾਲਾ ਦਾ ਮਣਕਾ ਹੈ। ਜਦੋਂ ਭੋਜਨ ਖਾਣ ਲੱਗਾ ਉਦੋਂ ਕੀ ਕਹਿਣਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਤੇ ਉਦੋਂ ਫਿਰ ਮਾਲਾ ਦਾ ਕੰਮ ਕੀ ਹੁੰਦਾ, ਪਰਮਾਤਮਾ ਨੂੰ ਯਾਦ ਕਰਨ ਦੇ ਲਈ ਕੰਮ ਆਉਂਦੀ ਹੈ। ਤੇ ਜਦੋਂ ਰਿਜ਼ਕ ਖਾਣ ਲੱਗਿਆ ਰੱਬ ਯਾਦ ਆ ਗਿਆ, ਉਦੋਂ ਕੀ ਹੋ ਗਿਆ, ਉਹ ਰਿਜ਼ਕ ਮਾਲਾ ਬਣ ਗਈ। ਜਦੋਂ ਘਰ ਵਿੱਚ ਬੈਠੇ ਹੋਏ ਕਿਤੇ ਸੋਹਣੇ ਘਰ ਦਾ ਆਪਾਂ ਆਨੰਦ ਮਾਣ ਰਹੇ ਹਾਂ ਤੇ ਉਦੋਂ ਘਰ ਵੱਲ ਨਜ਼ਰ ਜਾਵੇ ਤੇ ਗੁਰੂ ਕਾ ਸਿੱਖ ਦਾ ਹਿਰਦਾ ਆਪ ਮੁਹਾਰੇ ਇਹ ਫੁੱਟ ਪਵੇ, ਜਿਹੇ ਪ੍ਰਸਾਦ ਬਸੈ ਸੁਖ ਮੰਦਰ। ਉਹ ਘਰ ਕੀ ਬਣ ਗਿਆ, ਉਹ ਮਾਲਾ ਬਣ ਗਈ, ਉਹ ਮਾਲਾ ਦਾ ਮਣਕਾ ਬਣ ਗਿਆ। ਜਦੋਂ ਗੁਰੂ ਕਿਹਾ ਸਿੱਖਾ ਤੂੰ ਆਪਣੇ ਘਰ ਵਿੱਚ ਬੈਠਦਾ, ਤੇਰੇ ਧੀਆਂ ਪੁੱਤਰ ਨਜ਼ਰ ਆਉਂਦੇ ਨੇ, ਤੈਨੂੰ ਤੇਰੇ ਨਾਲ ਲਾਡ ਲਡਾਉਂਦੇ, ਤੇਰੇ ਨਾਲ ਪ੍ਰੇਮ ਕਰਦੇ ਨੇ, ਉਸ ਵਕਤ ਤੇਰਾ ਹਿਰਦਾ ਇਹ ਆਵਾਜ਼ ਕਰੇ ਕਿ ਜੇ ਪ੍ਰਸਾਦ, ਜਿਹਦੀ ਕਿਰਪਾ ਦੇ ਨਾਲ ਗ੍ਰਹਿ ਸੰਗ ਸੁਖ ਬਸਣਾ, ਧੀਆਂ ਪੁੱਤਰਾਂ ਵਿੱਚ ਵਸਦਾ, ਸੋਹਣੇ ਕੱਪੜੇ, ਬੜੇ ਪੰਕਤੀਆਂ ਨੇ, ਸਾਰਾ ਜੇ ਪ੍ਰਸਾਦ ਵਾਲੀ ਸਾਰੀ ਅਸ਼ਟਪਦੀ ਪੜ੍ਹਨਾ, ਇਹ ਗੁਰਸਿੱਖ ਦੀ ਮਾਲਾ ਹੈ। ਇਸ ਤਰ੍ਹਾਂ ਪਰਮਾਤਮਾ ਪਰਮੇਸ਼ਰ ਦੀ ਭਜਨ ਬੰਦਗੀ ਕਰਨੀ ਹੈ ਗੁਰਸਿੱਖ ਨੇ। ਜੋ ਦੁਨਿਆਵੀ ਚੀਜ਼ਾਂ ਦਾਤਾਰ ਕਹਿੰਦੇ ਨੂੰ ਸਰੀਰ ਕਰਕੇ ਹੰਡਾ, ਪਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮਦੇਵ ਜੀ ਤੇ ਤਰਲੋਚਨ ਜੀ ਦਾ ਜ਼ਿਕਰ ਕੀਤਾ। ਤਰਲੋਚਨ ਜੀ ਨੂੰ ਇੱਕ ਵਾਰ ਇਹ ਭੁਲੇਖਾ ਪੈ ਗਿਆ ਸੀ ਨਾਮਦੇਵ ਜੀ ਦਾ ਜੀਵਨ ਵੇਖ ਕੇ। ਨਾਮਦੇਵ ਜੀ ਬੜੇ ਆਪਣੀ ਧਿਆਨ ਦੇ ਨਾਲ ਕਿਰਤ ਕਰਦੇ ਸਨ ਤੇ ਤਰਲੋਚਨ ਜੀ ਨੇ ਵੇਖਿਆ, ਵੇਖ ਕੇ ਕਹਿਣ ਲੱਗੇ, ਨਾਮਦੇਵ ਇੰਨਾ ਕੰਮ ਵਿੱਚ ਖੁਬਿਆ ਹੋਇਆ ਤੂੰ, ਨਾਮਾ ਮਾਇਆ ਮੋਹਿਆ ਕਹਿ ਤਿਲੋਚਨ ਮੀਤ, ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ। ਕਹਿੰਦੇ ਹੈ ਨਾਮਦੇਵ, ਲੋਕ ਤੈਨੂੰ ਭਗਤ ਕਹਿੰਦੇ ਆ, ਸੱਜਣਾ ਤੂੰ ਰੱਬ ਦੇ ਨਾਲ ਚਿੱਤ ਨਹੀਂ ਜੋੜਦਾ, ਕੰਮ ਵਿੱਚ ਇੰਨਾ ਵਿਅਰਥ ਹੋਇਆ ਪਿਆ, ਤੂੰ ਵਿਅਸਤ ਹੋਇਆ ਪਿਆ। ਤੇ ਅੱਗੋਂ ਨਾਮਦੇਵ ਜੀ ਨੇ ਗੁਰਮਤ ਦਾ ਸਿਧਾਂਤ ਦ੍ਰਿੜ ਕਰਾਇਆ ਸੀ। ਕਹਿਣ ਲੱਗੇ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸਮਾਲ। ਨਾਮਦੇਵ ਜੀ ਕਹਿੰਦੇ, ਤਰਲੋਚਨ ਜੀ, ਪਰਮਾਤਮਾ ਪਰਮੇਸ਼ਰ ਨੇ ਆ ਸਾਨੂੰ ਹੱਥ ਦਿੱਤੇ ਨੇ, ਕਿਰਤੀ ਕਰਨੀ ਹੈ।
पर हाथ पांव कर काम सब चीत उस निरंजन दे नाल रखना है, क्योंकि ओही स्थिर है प्यारिओ। एक एक बाणी दे विच सतगुरु ने एक एक कर्म दे प्रति सानू ज्ञान बख्शिश कीता है, सोझी बख्शिश कीती है। तो दातार कहंदे एक तू ही, एक तू ही। बाकी जाला जान वाली हर एक चीज है, अन्न पाउण थिर ना कोई, एक तू ही, एक तू ही है। महला पहला ना रिजक दस्त आ कसे, आ कसे, इनू बचन नू पढ़दे ध्यान विच रख, आ कसे। ये भी श्लोक बड़ा ध्यान मंगदा है। कई बार सानू भुलेखा पै जांदा है, किसी बंदे दा असी आसरा तक लैने, अब किसी बंदे दा असी कहने ये मेरे तो मुंह बेमुख हो गया ना, मेरे तो मुंह मोड़ गया, पता नहीं मैनू शाम नू रोटी मिलनी है कि नहीं मिलनी। गुरु सवारियो कदी गुरु दे बचनां नू बड़े गौर दे नाल पढ़ना। मेरे मालिक जी कहंदे ना रिजक, रिजक साडा दस्त आ कसे, दस्त कहंदे ने हथ नू। अकाल पुरख परमेश्वर वाहिगुरु तो बगैर किसी होर दे हथ विच साडा रिजक नहीं है। बचन आप जी पढ़ दो, सैल पत्थर में उथे कौन पहुंचांदा रिजक। कुम्मी जल में तन तिस बाहर, पंख खीर तन नाही। कच्छू कुम्मी पानी विच, ओदे बच्चे बाहर ने रेत विच, ओदे तन ते ना खंभे भी उड़ के चली जाएगी, ना ओदे तन ते परमात्मा ने स्थान भी नहीं लाए, ते बच्चे किवें पलदे है। कदी गुरु ग्रंथ साहिब दे विचों इस भरोसे नू भी लईए, ज्ञान दी गल ते है गुरु घर दे विच, पर प्यारिओ जदों ज्ञान भरोसे तो हीना हो जाता है, फिर यह हंकार बन जाता बंदे दा। सानू ज्ञान होवे पर नाल नाल गुरु ते भरोसा भी होवे, तेरे भरोसे प्यारे मैं लाड लडाया। दातार कहंदे ना रिजक दस्त आ कसे, किसे होर दे हथ विच मनुख दा रिजक नहीं है। हमा रा एक आस वसे, हमा रा भावे सारियां दा, सारियां नू, हमा दा मतलब सब नू, हमा रा एक आस वसे, एक अकाल पुरख वाहिगुरु दा आसरा सारियां नू, सब दा आसरा एक निरंकार है। अस्त एक दिगर कोई, इको परमात्मा समर्थ है। कौन है दूजा? कोई भी नहीं, एक तू ही, एक तू ही। महला पहला परंदे ना गिरा हजार, दरखत आब आस कर। कहंदे परिंदे पंछी, उन्हां दे पल्ले की हुंदा है? जेबां लगियां हुंदियां। कदी पंछियां दा कोई बैंक वेख्या भी इत्थे पंछी दाने जमा कराउंदे आ? कदी पंछियां ने कोई पॉलिसी कराई है? नहीं, कुछ भी नहीं हुंदा। परंदे ना गिराह जर, उन्हां दे कोल कोई धन दौलत नहीं, कोई सोने महल माड़ियां नहीं हुंदे। दरखत आब आस कर, प्रभु दे बनाए हुए दरखत, अकाल पुरख वाहिगुरु वालों दिता होया पानी जिहड़ा मीआं दे राही मिलदा है, बस आस कर। उन्हां दे आसरे सहारे जिंदगी जिउंदे ने। देहंद सूई, ते देहंद दा मतलब देण वाला, सूई दा मतलब सोई। परमात्मा देण वाला कौन है? वो अकाल पुरख। सानू प्रकृति भी बहुत कुछ, कुदरत भी बड़ा ज्ञान दिंदी है। ये पशु पंछी सतगुरु ने इन्हां दी उदाहरणां दे दे के बंदे नू समझाया है। पशु बारे कहंदे ना, पशु मिले चंगियाइयां, खड़ खावे अमृत दे। पशु तो भी सानू चंगियाइयां मिल सकदियां, पंछियां तो भी गुण मिल सकदे। गुरु सवारियो, दातार कहंदे उन्हां नू कोई सहारा नहीं हुंदा, एक अकाल पुरख वाहिगुरु दी ओट हुंदी है। एक तू ही, एक तू ही। नानक लिलार लिखिया सोए, मेट ना साकै कोई। साडे मथे उत्ते हे नानक जो कुछ तू लिख दिता, जो इंसान दे सिर ते हुक्म तू कायम कर दिता, ओनू कोई मेट नहीं सकदा जो हुक्म परमात्मा ने कायम कर दिता। हुण साडे वस की है? फिर
जे कोई चोरी कर रहा तो रब करांदा पिया, क्योंकि उन्हें लिखिया साडा कर्म ते असीं चोरी कीती, जे असीं कतल करदे पे ते रब कराउंदा, रब ने लिखिया नहीं। अकाल पुरख वाहिगुरु जी ने सानू मत दिती है, अकल दिती है। बड़ा सूक्ष्म विषय है गुरमत दा। परमात्मा जी ने सानू अकल मत दिती है, हाँ नाल उहदे एक नियम कायम कीता भी मित्रा, इस अकल दे नाल जे तू पाप करेगा ते तेनू मैं पापी कवांगा, जे तू पुण्य करेगा ते तेनू पुन्नी कवांगा। ये नहीं हो सकता, मेरे हुक्म दी अदूली ये होएगी, तू करे ते पाप ते मैं तेनू ब्रह्म ज्ञानी आखा, ये नहीं हो सकता। हुक्म उहदे नू समझना है, जिन्नी पछाता हुक्म उन्हें फिर रोना नहीं पैंदा। जो धर्म कमावे ये गुरु घर दा हुक्म है, जो धर्म कमावे तिस धर्म नाओ होवे, पाप कमाने पापी जानी है, ये हुक्म है। लिखण वाला अकाल पुरख है ते अर्ज कीती सी किते बंदे दे अपने हथी हुंदे ना अपने लेख लिखने, तेने तमाम बुराइयां करके अपने आप नू महापुरख घोषित कर देना सी भी मेरे वर्गा महापुरख कोई नहीं। साहब जी कहंदे ने नानक लिलार लिखिया सोए, मेट ना सकै कोई कला धरै। साडे विच शक्ति भी कला भी परमात्मा पाउंदा है, हिरै सोई ते उस कला नू हिरदा भी अकाल पुरख है। एक तू ही, एक तू ही। अगे पौड़ी है जी, सच्चा तेरा हुक्म गुरमुख जानिया। हे अकाल पुरख वाहिगुरु जी, तेरा हुक्म बड़ा सच्चा है, पर इहदी समझ कित्थों आउंदी है। बड़े गौर नाल ये भी बचन ध्यान मंगदे, बड़ा ध्यान। कई बार बंदा कहता मैं ते बहुत सियाणा, मैनू भला संगत विच आउण दा की फायदा, मैं तो वैसे ही बड़ा पढ़िया लिखिया। दातार जी कहंदे तू सियाणा होएगा भाई सज्जना, पर जेड़ा अकाल पुरख वाहिगुरु जी दा हुक्म है ना, वो गुरु तो बगैर तेनू कुछ समझा नहीं सकता। ताही ते बचन सतगुर विटों वारिया, जित मिले खसम संभालिया। जिन्हों मिलन करके मैं रब नू संभाल लिया। दूजे पासे साहब कहंदे कर हुक्म मस्तक हथ तर विचों मार कड्डियां बुराइयां। गुरु जदों त्रुट के मत्थे ते हथ रखदा है, फिर साडियां बुराइयां मार दिंदा है, ते सानू फिर अकाल पुरख दे हुक्म दी सोझी आ जांदी है। सच्चा तेरा हुक्म ते ये जानिया कित्थों जांदा है? गुरमुख जानिया, गुरु दी शरण विच पै के जानिया जांदा है। गुरमती आप गवाए, गुरु दी मत ते तुर के जदों बंदा आपा भाव गवा लेंदा है, अपनी हौमे नू एक पासे रख लेंदा है, जदों तक मैं है इंसान दे अंदर। वेखो हंकारी बंदा किसे तू नू परवान नहीं ना करदा। हंकारी बंदा कदी दूजे नू परवान करेगा ही नहीं। वो फिर भावें कोई साडे मेच दे साडे मित्र दोस्त ने, उन्हां नू भी नहीं वो करदा। जदों साडे तो अगे जाण दी निकलदे ने, बंदा ईरखालू हो जांदा है। जिन्ने कदी एक इंसान नू कबूल नहीं किया अगां वधदे नू, वो रब नू कित्थों करेगा? हंकारी हौमे नावे नाल विरोध है, इसे करके विरोध है। बंदा ते चाहुंदा मेरा नाम होवे, ते गुरु कहंदा सवेरे उठदियां सारी तू कह वाहिगुरु। बंदा ते कहंदा वाह वाह मेरी होवे, ते सतगुरु कहंदे ने तू वाह गुरु कह। हुण किवें हंकारी बंदे दा जोड़ बनेगा? पर जिन्हां नू गुरु दी मत सतगुरु जी ने बख्श दिती, उन्हां ने आपा भाव गवा लिया, सच पछाणिया। फिर जो तत् है सच, उन्हों पहचान लिया, काल पुरख दे ज्ञाता हो गए। सच तेरा दरबार शब्द निशानिया। हे अकाल पुरख जी, तेरा दरबार सच्चा है, ते उत्थे पहुंचण तक निशान की हुंदा है? शब्द। गुरु का शब्द। साडी सुरत जदों एक हुंदी है ते फिर निशान मिल जाता। जिवें गड्डियां दे उत्ते लगे हुंदे ने जी VIP VVIP, फिर उन्हां नूं कोई रोकदा कोई नहीं। मंत्रियां दी गड्डी दे उत्ते लाइटां लगियां हुंदियां, फिर उन्हां दे लिखिया हुंदा भी आ फलाना मंत्री है। फिर उन्होंने कोई रोकना ते दूर दी गल, पता लगे भी ये इधरों आ रहे ने, वो रस्ता खाली करा देंदे हैं। दातार कहंदे तेरे कोल शब्द दा निशान होएगा। गुरु क्या सिखा?
फिर रे रे दरगाह कहे न को आओ बैठ आदर शुभ दिओ। ਉਹ ਕਹਿੰਦੇ आओ बैठो, ਤੁਸੀਂ ਸ਼ਬਦ ਕਮਾਈ ਕੀਤੀ ਹੈ, ਗੁਰੂ ਦੇ ਸ਼ਬਦ ਨੂੰ ਕਮਾਇਆ ਹੈ। ਕਹਿੰਦੇ आओ बैठ आदर शुभ ਦਿਓ। ਕਦੀ ਗੁਰੂ ਕੇ ਸ਼ਬਦ ਨੂੰ ਕਮਾਓ, ਕਦੀ ਗੁਰੂ ਦੀ ਮੱਤ ਨੂੰ ਕਮਾਓ। ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਸੱਚਾ ਸ਼ਬਦ ਹੈ, ਇਹਨੂੰ ਵਿਚਾਰ ਕੇ ਸੱਚ ਵਿੱਚ ਲੀਨ ਹੁੰਦਾ ਹੈ ਮਨੁੱਖ। ਦੂਜੇ ਪਾਸੇ ਮਨਮੁਖ ਸਦਾ ਕੂੜਿਆਰ, ਤੇ ਜਿਹੜੇ ਆਪਣੇ ਮਨ ਪਿੱਛੇ ਤੁਰਨ ਵਾਲੇ, ਮਨ ਨੂੰ ਖੁਸ਼ ਕਰਨ ਵਾਲੇ ਬੰਦੇ ਹੈ, ਮੇਰਾ ਮਨ ਇਸ ਤਰ੍ਹਾਂ ਕਰਦਾ ਹੈ, ਦਾਤਾਰ ਜੀ ਕਹਿੰਦੇ ਉਹ ਫਿਰ ਸਦਾ ਕੂੜਿਆਰੇ ਰਹਿੰਦੇ ਨੇ। ਕੂੜਿਆਰੇ, ਜਿੱਥੇ ਕੂੜਿਆਰ ਕਹਿੰਦੇ ਜਿੱਥੇ ਕੂੜ ਪਸਰਿਆ ਹੋਵੇ, ਸਚਿਆਰ ਜਿੱਥੇ ਸੱਚ ਦਾ ਪਸਾਰਾ ਹੋਵੇ। ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਭਰਮ ਵਿੱਚ ਭੁੱਲ ਜਾਂਦੇ ਨੇ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ, ਵਿਸ਼ਟਾ ਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ, ਭਾਵ ਕਿ ਜ਼ਿੰਦਗੀ ਹੀ ਗੰਦਗੀ ਬਣ ਜਾਂਦੀ ਹੈ। ਉਹ ਕੋਈ ਰੱਬ ਦੇ ਰਸ ਨੂੰ, ਇਹਦੇ ਸਵਾਦ ਨੂੰ ਨਹੀਂ ਜਾਣ ਸਕਦੇ। ਦਾਤਾਰ ਕਹਿੰਦੇ ਵਿਣ ਨਾਮੈ ਦੁੱਖ ਪਾਏ ਆਵਣ ਜਾਣਿਆ। ਨਾਮ ਤੋਂ ਬਗੈਰ ਬੰਦਾ ਦੁੱਖ ਹੀ ਦੁੱਖ ਪਾਉਂਦਾ ਹੈ। ਆਉਣਾ ਜਾਣਾ ਬਣਿਆ ਰਹਿੰਦਾ ਜੀ, ਭਟਕਣਾ, ਜਨਮ ਮਰਨ, ਸੁਰਤ ਦਾ ਵੀ ਭਟਕਣਾ, ਸਰੀਰ ਦੀ ਵੀ ਭਟਕਣਾ, ਬੰਦਾ ਭਟਕਦਾ ਹੀ ਰਹਿੰਦਾ ਹੈ। ਨਾਨਕ ਪਾਰਖ ਆਪ। ਦਾਤਾਰ ਜੀ ਕਹਿੰਦੇ ਹੈ ਨਾਨਕ ਪਾਰਖੂ ਹੈ ਪਰਮਾਤਮਾ ਬੜਾ ਵੱਡਾ, ਬਹੁਤ ਵੱਡਾ ਪਾਰਖੂ ਹੈ ਗੁਰਸਿੱਖੋ। ਕਬੀਰ ਸਾਹਿਬ ਕਹਿੰਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਪਾਰਖੂ ਹੈ ਬੜਾ ਵੱਡਾ, ਉਹਦੀ ਨਜ਼ਰ ਤੋਂ ਓਲੇ ਨਹੀਂ ਹੋਇਆ ਜਾ ਸਕਦਾ। ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਜਿਨੇ ਖੋਟੇ ਤੇ ਖਰੇ ਦੀ ਪਹਿਚਾਣ ਕਰਨੀ ਹੈ, ਉਹ ਪਾਰਖੂ ਪਰਮਾਤਮਾ ਪਰਮੇਸ਼ਰ ਹੈ। ਤੇ ਗੁਰਸਿੱਖੋ ਉਹਦੀ ਨਜ਼ਰ ਤੋਂ ਓਲੇ ਹੋ ਕੇ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ। ਜਿੱਥੇ ਵੀ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਨਿਰੰਕਾਰ ਜੀ ਸਾਡੇ ਹਰ ਇੱਕ ਕਰਮ ਦੇ ਨਾਲ ਸਾਡੇ ਨੂੰ ਵੇਖ ਰਿਹਾ ਹੈ। ਇਹ ਭਰੋਸਾ ਵੀ ਗੁਰਸਿੱਖ ਦੇ ਅੰਦਰ ਹੋਣਾ ਚਾਹੀਦਾ ਹੈ। ਜਹਾਂ ਬੈਸਾਲੈ ਤਾਂ ਬੈਸਾਂ ਸੁਆਮੀ, ਜਾਂ ਭੇਜੈ ਤਾਂ ਜਾਵਾਂ। ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਤਿਗੁਰੂ ਪਾਤਸ਼ਾਹ ਜੀ ਕਿਰਪਾਲਤਾ ਮਿਹਰ ਕਰਨ। ਪਾਤਸ਼ਾਹ ਜੀ ਸਾਨੂੰ ਤਨ ਮਨ ਧਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਸਮਤ ਸਮਰੱਥਾ ਬਖਸ਼ਿਸ਼ ਕਰਨ। ਪਹਿਲਾਂ ਵੀ ਬੇਨਤੀ ਕੀਤੀ ਸੀ, 1 ਤਰੀਕ ਨੂੰ ਲੈਂਟਰ ਪੈਣਾ ਹੈ ਜੀ ਇਮਾਰਤ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਿਹਾੜੇ ਨੂੰ, ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਰ ਵੀ ਸੇਵਾਵਾਂ ਬੜੀ ਚੜ੍ਹਦੀ ਕਲਾ ਦੇ ਨਾਲ ਹੋ ਰਹੀਆਂ ਨੇ। ਆਪ ਜੀ ਨੇ ਸਾਰੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾ ਕੇ ਸੱਚੇ ਪਾਤਸ਼ਾਹ ਜੀ ਦੀਆਂ ਅਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ। 1 ਤਰੀਕ ਨੂੰ ਸਾਹਮਣੇ ਵਾਲੀ ਇਮਾਰਤ ਤੇ ਲੈਂਟਰ ਪੈਣਾ ਹੈ। ਆਪ ਜੀ ਨੇ ਤਨ ਮਨ ਧਨ ਕਰਕੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਲਵਾਉਣੀਆਂ ਹਨ। ਇਹ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ। ਬਹੁਤ ਬਹੁਤ ਧੰਨਵਾਦ ਆਪ ਜੀ ਸਾਰੀ ਸੰਗਤ ਦਾ। ਸਨਮਾਨਯੋਗ ਸਾਰੇ ਸਿੰਘ ਸਾਹਿਬ ਜੀ, ਸੇਵਾਦਾਰ, ਸਭ ਤੋਂ ਵਧੇਕ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਵਿਚਾਰ ਦੀ ਸਮਤ ਸਮਰੱਥਾ ਬਖਸ਼ਿਸ਼ ਕੀਤੀ ਜੀ। ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।